ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਭੰਗੂ ਸਾਹਿਬ। ਡਾਕਟਰ ਸਾਹਿਬ, ਅਸੀਂ ਨਿੱਤ ਸਿਰ ਜੋੜ ਕੇ ਬੈਠਦੇ ਹਾਂ, ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਲ ਹੁੰਦੇ ਹੋ। ਗੱਲ ਅਸੀਂ ਕਿਸਾਨਾਂ ਦੀ ਕਰਦੇ ਹਾਂ ਜੀ। ਗੱਲ ਤੋਰਦੇ ਹਾਂ ਅਸੀਂ ਕਿਸਾਨਾਂ ਦੀ ਹੋਣੀ ਦੀ। ਜੀ ਦੇਖੋ, ਕਿਸਾਨ ਬਾਰਡਰਾਂ ਤੇ ਬੈਠੇ ਨੇ, 1000 ਦੇ ਨੇੜੇ ਤੇੜੇ ਸ਼ਹੀਦੀਆਂ ਹੋ ਗਈਆਂ, ਕਿੰਨੇ ਖੁਦਕੁਸ਼ੀ ਕਰ ਗਏ। ਇੱਕ ਪਿੱਛੇ ਜੇ ਹਾਦਸਾ ਵਾਪਰਿਆ ਟਿੱਕਰੀ ਬਾਰਡਰ ਤੇ, 3 ਕਿਸਾਨ ਬੀਬੀਆਂ ਸ਼ਹਾਦਤ ਅੰਦੋਲਨ ਦੇ ਨਾਂ ਕਰ ਗਈਆਂ ਜੀ। ਤੇ ਹੁਣ ਪਿੱਛੇ ਜੀ ਗੱਲ ਚੱਲੀ ਕਿ ਦਿੱਲੀ ਧੂੰਆਂ ਪਹੁੰਚਦਾ, ਕਿਸਾਨ ਨਾੜ ਫੂਕਦੇ ਨੇ, ਝੋਨੇ ਦੇ ਨਾੜ ਨੂੰ ਅੱਗ ਲਾਉਂਦੇ ਨੇ, ਪ੍ਰਦੂਸ਼ਣ ਨੂੰ ਫੈਲਦਾ, ਫਿਰ ਧੂੰਆਂ ਹੁੰਦਾ, ਵਾਤਾਵਰਨ ਪਲੀਤਿਆ ਜਾਂਦਾ ਤੇ ਨੁਕਸਾਨ ਹੁੰਦਾ, ਜਾਨਾਂ ਦਾ ਨੁਕਸਾਨ ਹੁੰਦਾ। ਸੁਪਰੀਮ ਕੋਰਟ ਕਹਿੰਦੀ ਕਿ ਕੱਲਾ ਕਿਸਾਨਾਂ ਦਾ ਕਸੂਰ ਨਹੀਂ, ਸਰਕਾਰਾਂ ਨੂੰ ਦੇਖਣਾ ਬਣਦਾ ਕਿੱਥੇ ਕਿੱਥੇ ਕਿਹਦਾ ਇਹਦੇ 'ਚ ਯੋਗਦਾਨ ਹੈ। ਕੱਲੇ ਕਿਸਾਨਾਂ ਨੂੰ ਤੁਸੀਂ ਦੋਸ਼ੀ ਨਹੀਂ ਠਹਿਰਾ ਸਕਦੇ ਜੀ। ਪਰ ਬੀਜੇਪੀ ਸਰਕਾਰ ਐਂ ਲੱਗਦਾ ਕਿ ਜਿੱਦ ਮਨ 'ਚ ਬਣਾਈ ਹੋਈ ਹੈ ਕਿ ਬੈਰੀ ਤਾਂ ਕਿਸਾਨ ਹੈ, ਦੋਸ਼ੀ ਤਾਂ ਕਿਸਾਨ ਹੈ। ਪਰ ਇਸੇ ਕਿਸਾਨ ਨੇ ਬੀਜੇਪੀ ਦਾ ਜੇਤੂ ਰੱਥ ਰੋਕਿਆ। ਉਹ ਬੀਜੇਪੀ ਮੋਦੀ ਸ਼ਾਹ ਦੀ ਉਹ ਜੋੜੀ ਜਿਹੜੀ ਆਪਣੇ ਆਪ ਨੂੰ ਅਜੇਤੂ ਜੋੜੀ ਅਖਵਾਉਂਦੀ ਸੀ, ਉਹਦੇ ਤੇ ਜੇ ਵਿਰਾਮ ਚਿੰਨ੍ਹ ਲਾਇਆ ਡਾਕਟਰ ਸਾਹਿਬ, ਉਹ ਕਿਸਾਨਾਂ ਨੇ ਲਾਇਆ ਜੀ। ਇਹ ਸਭ ਤੋਂ ਪਹਿਲਾਂ ਗੱਲ ਆਪਾਂ ਇੱਥੋਂ ਸ਼ੁਰੂ ਕਰਾਂਗੇ, ਅੰਦੋਲਨ ਤੋਂ, ਕਿਸਾਨਾਂ ਤੋਂ। ਉਸ ਤੋਂ ਅੱਗੇ ਜਾ ਕੇ ਗੱਲਬਾਤ ਕਰਾਂਗੇ ਸਰਕਾਰ ਕਹਿੰਦੀ ਏ ਪਰਾਲੀ ਬਾਰੇ ਕਿ ਭਾਈ ਆਪਣਾ ਕਿਸਾਨ ਪਰਾਲੀ ਸਾੜਦਾ, ਪ੍ਰਦੂਸ਼ਣ ਨੂੰ ਫੈਲਦਾ, ਵਾਤਾਵਰਨ ਦੇ ਨਾਲ ਪਲੀਤਿਆ ਜਾਂਦਾ। ਤੁਸੀਂ ਡਾਕਟਰ ਸਾਹਿਬ ਦੱਸਿਓ ਕਿ ਮੇਰੇ ਤਾਂ ਖੈਰ ਚਿੱਤ ਚੇਤਿਆਂ 'ਚ ਹੈ ਨਹੀਂ ਜੀ ਕਿ ਸਰਕਾਰਾਂ ਨੇ ਕੀਤਾ ਕੀ ਹੈ ਫਿਰ ਕਿਸਾਨਾਂ ਲਈ। ਪਰ ਆਪਾਂ ਪਹਿਲਾਂ ਕਿਸਾਨੀ ਅੰਦੋਲਨ ਵੱਲ ਮੁੜਦੇ ਹਾਂ, ਕਿਸਾਨੀ ਅੰਦੋਲਨ ਦੀ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਅੱਜ ਕੀ ਸਥਿਤੀ ਹੈ ਬੀਜੇਪੀ ਸਰਕਾਰ ਦੀ ਤੇ ਕਿਸਾਨੀ ਅੰਦੋਲਨ ਦੀ? ਬਿਲਕੁਲ ਭੰਗੂ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਨੂੰ ਮੁਬਾਰਕਬਾਦ ਕਿ ਤੁਸੀਂ ਕਿਸਾਨਾਂ ਦੇ ਦਰਦ ਨੂੰ ਸਮਝ ਰਹੇ ਹੋ, ਕਿਸਾਨਾਂ ਦੇ ਮੁੱਦੇ ਆਪਣੇ ਚੈਨਲ ਦੇ ਰਾਹੀਂ ਚੁੱਕ ਰਹੇ ਹੋ। ਔਰ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਗੋਦੀ ਮੀਡੀਆ ਕਿਹਾ ਜਾਂਦਾ ਹੈ, ਔਰ ਜਿਸ ਗੋਦੀ ਮੀਡੀਆ ਨੇ ਲਗਾਤਾਰ ਆਪਾਂ ਪਿਛਲੇ 1 ਸਾਲ ਤੋਂ ਦੇਖ ਰਹੇ ਹਾਂ ਕਿ ਉਹਨਾਂ ਨੇ ਮੋਦੀ ਸਾਹਿਬ ਦੀ ਜਾਂ ਮੋਦੀ ਸਰਕਾਰ ਦੀ ਜਿਹੜੀ ਬੋਲੀ ਹੈ, ਔਰ ਕਿਸਾਨਾਂ ਦੇ ਇਸ ਇਤਿਹਾਸਕ ਸੰਘਰਸ਼ ਮੈਂ ਇਸ ਲਈ ਕਹਿ ਰਿਹਾ ਕਿ ਇੱਕ ਲੰਮੇ ਅਰਸੇ ਤੋਂ ਬਾਅਦ, ਆਜ਼ਾਦੀ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਇਹ ਇੱਕ ਐਸਾ ਸੰਘਰਸ਼ ਹੈ ਜਿਹਨੇ ਆਜ਼ਾਦੀ ਦੀ ਲਹਿਰ ਨੂੰ ਯਾਦ ਕਰਾਤਾ। ਕਿਸੇ ਵੇਲੇ ਏਡੇ ਵੱਡੇ ਇਕੱਠ ਹੋਣੇ, ਏਡੇ ਵੱਡੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਲੰਮੇ ਸੰਘਰਸ਼ ਮਹਾਤਮਾ ਗਾਂਧੀ ਜੀ ਵੇਲੇ ਜਾਂ ਉਸ ਤੋਂ ਪਹਿਲਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗੁਰਦੁਆਰਾ ਮੂਵਮੈਂਟ ਚੱਲੀ, ਜਾਂ ਬਹੁਤ ਸਾਰੀਆਂ ਮੂਵਮੈਂਟਸ ਪੰਜਾਬ ਦੇ ਵਿੱਚ, ਪਗੜੀ ਸੰਭਾਲ ਜੱਟਾ ਲਹਿਰ ਚੱਲੀ, ਗਦਰ ਮੂਵਮੈਂਟ ਚੱਲੀ, ਔਰ ਉਸ ਤੋਂ ਪਹਿਲਾਂ ਕੂਕਾ ਮੂਵਮੈਂਟ ਚੱਲੀ। ਜੇ ਆਪਾਂ ਗੱਲ ਕਰੀਏ ਕਿ ਲਗਾਤਾਰ ਸੰਘਰਸ਼ਾਂ ਦੇ ਵਿੱਚੋਂ ਬੇਸ਼ੱਕ ਪੰਜਾਬ ਦੇ ਲੋਕ ਜਾਂ ਭਾਰਤ ਦੇ ਲੋਕ ਗੁਜ਼ਰਦੇ ਰਹੇ ਆ, ਪਰ ਇਸ ਤਰ੍ਹਾਂ ਦਾ ਇਤਿਹਾਸਕ ਸੰਘਰਸ਼ ਕਦੇ ਪਹਿਲਾਂ ਆਪਾਂ ਵੇਖਿਆ ਨਹੀਂ ਸੀਗਾ, ਇਤਿਹਾਸ ਵਿੱਚ ਪੜ੍ਹਿਆ ਨਹੀਂ ਸੀਗਾ। ਸੋ ਇਸ ਕਰਕੇ ਇੱਕ ਇਤਿਹਾਸਕ ਸੰਘਰਸ਼ ਹੈ, ਔਰ ਜਿਹਦੇ ਵਿੱਚ ਹੁਣ ਤੱਕ ਲਗਭਗ 700 ਕਿਸਾਨ ਆਪਣੀ ਸ਼ਹਾਦਤ ਦੀ ਆਹੂਤੀ ਦੇ ਚੁੱਕਿਆ ਹੈ। ਉਹਦੇ ਵਿੱਚ ਬਜ਼ੁਰਗ ਵੀ ਸ਼ਾਮਲ ਨੇ, ਉਹਦੇ ਵਿੱਚ ਨੌਜਵਾਨ ਵੀ ਸ਼ਾਮਲ ਨੇ, ਔਰ ਉਹਦੇ ਵਿੱਚ ਸਾਡੀਆਂ ਬੀਬੀਆਂ, ਮਾਤਾਵਾਂ, ਭੈਣਾਂ ਵੀ ਸ਼ਾਮਲ ਨੇ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ। ਸੋ ਜਦੋਂ ਅਸੀਂ ਪਿਛਲਾ ਇਤਿਹਾਸ ਵੇਖਦੇ ਹਾਂ ਭੰਗੂ ਸਾਹਿਬ, ਤਾਂ ਕਦੇ ਵੀ ਇਤਿਹਾਸ ਦੇ ਵਿੱਚ ਜਿਹੜੀਆਂ ਸ਼ਹਾਦਤਾਂ ਹੁੰਦੀਆਂ ਨੇ ਉਹ ਅਜਾਈ ਨਹੀਂ ਜਾਂਦੀਆਂ। ਆਪਾਂ 1919 ਦਾ ਜਦੋਂ ਅਸੀਂ ਕਾਂਡ ਵੇਖਦੇ ਹਾਂ, ਜਲਿਆਂਵਾਲਾ ਬਾਗ ਦਾ ਕਾਂਡ ਜਿਹਨੂੰ ਕਿਹਾ ਜਾਂਦਾ ਹੈ, ਔਰ ਬਹੁਤ ਹੀ ਮਹੱਤਵਪੂਰਨ ਘਟਨਾ ਵਾਪਰੀ ਸੀਗੀ ਇਤਿਹਾਸ ਦੇ ਵਿੱਚ, ਖਾਸ ਤੌਰ ਤੇ ਪੰਜਾਬ ਦਾ ਜਦੋਂ ਅਸੀਂ ਇਤਿਹਾਸ ਵੇਖਦੇ ਹਾਂ, ਤਾਂ ਉਸ ਇਤਿਹਾਸਕ ਘਟਨਾ ਤੋਂ ਬਾਅਦ ਜਿਹੜੀ ਹੈਗੀ ਹਿੰਦੁਸਤਾਨ ਦੀ ਜਿਹੜੀ ਮੂਵਮੈਂਟ ਹੈ ਆਜ਼ਾਦੀ ਦੀ, ਉਹਦੇ ਵਿੱਚ ਬਹੁਤ ਵੱਡੇ ਯੂ ਟਰਨ ਆਏ ਸੀਗੇ। ਬਹੁਤ ਇੱਕਦਮ ਹੀ ਆਪਾਂ ਦੇਖਿਆ ਹੋਏਗਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬਹੁਤ ਵੱਡੀਆਂ ਮੂਵਮੈਂਟਸ ਭਾਰਤ ਦੇ ਵਿੱਚ ਪੈਦਾ ਹੋਈਆਂ ਉਸ ਤੋਂ ਬਾਅਦ, ਔਰ ਉਸ ਤੋਂ ਬਾਅਦ ਹੀ ਲਗਾਤਾਰ ਭਾਰਤ ਛੱਡੋ ਅੰਦੋਲਨ ਪੈਦਾ ਹੋਇਆ, ਔਰ ਅਖੀਰ ਨੂੰ ਅੰਗਰੇਜ਼ਾਂ ਨੂੰ ਵੀ ਜਾਣਾ ਪਿਆ ਸੀਗਾ। ਸੋ ਮੇਰਾ ਇਹ ਸਾਰੀ ਭੂਮਿਕਾ ਬੰਨਣ ਦਾ ਮਕਸਦ ਇਹੀ ਹੈ ਕਿ ਜਿਵੇਂ ਅੰਗਰੇਜ਼ਾਂ ਨੂੰ ਛੱਡ ਕੇ ਜਾਣਾ ਪਿਆ ਸੀਗਾ ਭਾਰਤ ਦੇ ਵਿੱਚੋਂ, ਉਸੇ ਤਰ੍ਹਾਂ ਬੀਜੇਪੀ ਨੂੰ ਵੀ ਅਖੀਰ ਨੂੰ, ਜਿਵੇਂ ਤੁਸੀਂ ਦੱਸਿਆ ਹੈ ਕਿ ਬੀਜੇਪੀ ਦਾ ਰੱਥ ਜਿਹੜਾ ਵੀ ਇੱਥੇ ਆਪਾਂ ਕਹਿ ਸਕਦੇ ਹਾਂ ਵਰਗ ਰੋਕ ਸਕਦਾ ਸੀਗਾ, ਉਹ ਸਿਰਫ ਤੇ ਸਿਰਫ ਕਿਸਾਨ ਸੀਗੇ, ਔਰ ਕਿਸਾਨਾਂ ਨੇ ਉਹ ਰੋਕਿਆ ਹੈ। ਔਰ ਪਹਿਲਾਂ ਬੰਗਾਲ ਦੇ ਵਿੱਚ ਰੋਕਿਆ, ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪੰਜਾਬ ਦੇ ਵਿੱਚ ਰੋਕਣਗੇ,
ਯੂਪੀ ਦੇ ਵਿੱਚ ਰੋਕਣਗੇ, ਉੱਤਰਾਖੰਡ ਦੇ ਵਿੱਚ ਰੋਕਣਗੇ, ਗੋਆ ਦੇ ਵਿੱਚ ਰੋਕਣਗੇ, ਮਣੀਪੁਰ ਦੇ ਵਿੱਚ ਰੋਕਣਗੇ। ਯਾਨੀ ਕਿ ਜਿੱਥੇ ਜਿੱਥੇ ਚੋਣਾਂ ਹੋਣੀਆਂ ਨੇ 22 ਦੇ ਵਿੱਚ, ਉੱਥੇ ਉੱਥੇ ਪੰਜਾਬ ਔਰ ਬਾਕੀ ਸੂਬਿਆਂ ਦੇ ਕਿਸਾਨਾਂ ਨੇ ਬੀਜੇਪੀ ਦੀ ਜਿਹੜੀ ਸਰਕਾਰਾਂ ਬਣ ਨਹੀਂ ਦੇਣੀਆਂ। ਸੋ ਬੀਜੇਪੀ ਨੂੰ ਸਮਝ ਲੈਣਾ ਚਾਹੀਦਾ ਹੈ। ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਬੀਜੇਪੀ ਨੂੰ ਹਜੇ ਤੱਕ ਇਹਦੀ ਨੇਚਰ ਸਮਝ ਨਹੀਂ ਆਈ। ਬੇਸ਼ੱਕ ਕੱਲ ਪੰਜਾਬ ਦੇ ਜਿਹੜੇ ਬੀਜੇਪੀ ਦੇ ਲੀਡਰ ਨੇ ਮੋਦੀ ਸਾਹਿਬ ਨੂੰ ਮਿਲੇ ਜ਼ਰੂਰ ਨੇ, ਪਰ ਮੋਦੀ ਸਾਹਿਬ ਨੂੰ ਇਹ ਸਮਝ ਲੈਣਾ ਚਾਹੀਦਾ ਹੈ, ਮੋਦੀ ਸਰਕਾਰ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਹੁਣ ਪਿੱਛੇ ਮੁੜਨ ਵਾਲੇ ਨਹੀਂ ਹੈਗੇ। ਕਿਸਾਨ ਹੁਣ ਜੇ ਉਹ ਇਹ ਕਹਿਣ ਕਿ ਅਸੀਂ ਇਹਨਾਂ ਨੂੰ ਡਰਾ ਕੇ ਧਮਕਾ ਕੇ ਇੱਦਾਂ ਬਿਠਾ ਕੇ ਲਾਰੇ ਲਾ ਕੇ ਇੱਦਾਂ ਹੀ ਭਰਮਾ ਲਾਂਗੇ, ਹੁਣ ਪੰਜਾਬ ਦੇ ਜਾਂ ਬਾਕੀ ਸੂਬਿਆਂ ਦੇ ਕਿਸਾਨ ਪਿੱਛੇ ਮੁੜਨ ਵਾਲੇ ਨਹੀਂ। ਹੁਣ ਉਹ ਸਿਰਫ ਤੇ ਸਿਰਫ ਇਹਨਾਂ 3 ਕਾਲੇ ਕਾਨੂੰਨਾਂ ਨੂੰ ਵਾਪਸ ਕਰਾ ਕੇ ਔਰ ਨਵਾਂ MSP ਵਾਲਾ ਜਿਹੜਾ ਨਵਾਂ ਕਾਨੂੰਨ ਹੈ ਉਹ ਬਣਵਾ ਕੇ ਹੀ ਆਪਣੇ ਘਰਾਂ ਦੇ ਵਿੱਚ ਸੁਖੀ ਸਾਂਦੀ ਔਰ ਖੁਸ਼ੀ ਵਾਪਸ ਮੁੜਨਗੇ। ਔਰ ਪ੍ਰਮਾਤਮਾ ਵੀ ਉਹਨਾਂ ਦਾ ਸਾਥ ਦੇਵੇਗਾ, ਜਨਤਾ ਵੀ ਉਹਨਾਂ ਦਾ ਸਾਥ ਦੇ ਰਹੀ ਹੈ। ਆਮ ਲੋਕ, ਹਰ ਤਰ੍ਹਾਂ ਦੇ ਲੋਕ, ਜਿਹਦੇ ਵਿੱਚ ਦੁਕਾਨਦਾਰ, ਜਿਹਦੇ ਵਿੱਚ ਵਪਾਰੀ, ਆੜਤੀਏ, ਬੁੱਧੀਜੀਵੀ, ਵਿਦਿਆਰਥੀ, ਨੌਜਵਾਨ, ਹਰ ਤਰ੍ਹਾਂ ਦਾ ਤਬਕਾ ਜਿਹੜਾ ਹੈਗਾ ਕਿਸਾਨਾਂ ਦੇ ਨਾਲ ਹੈ। ਸੋ ਲੋਕ ਸੰਘਰਸ਼ ਆਪਾਂ ਇਸ ਨੂੰ ਕਹਿ ਸਕਦੇ ਹਾਂ। ਲੋਕਾਂ ਦੀ ਤਾਕਤ ਜਿਹੜੀ ਹੁੰਦੀ ਆ ਭੰਗੂ ਸਾਹਿਬ ਕਦੇ ਵੀ ਅਜਾਈ ਨਹੀਂ ਜਾਂਦੀ। ਸੋ ਇਹ ਵੀ ਜਿਹੜੀ ਇਹ ਸੰਘਰਸ਼ ਹੈ ਕਿਸਾਨਾਂ ਦਾ, ਇਹ ਅਜਾਈ ਨਹੀਂ ਜਾਏਗਾ। ਔਰ ਕਿਸਾਨ ਹਿੰਮਤ ਰੱਖਣ, ਔਰ ਕਿਸਾਨ ਏਕਤਾ ਰੱਖਣ, ਔਰ ਕਿਸਾਨ ਸੰਘਰਸ਼ ਦਾ ਜਿਹੜਾ ਹੈਗਾ ਪੱਲਾ ਫੜ ਕੇ ਰੱਖਣ, ਔਰ ਅਖੀਰ ਨੂੰ ਜਿੱਤ ਕਿਸਾਨਾਂ ਦੀ ਹੋਣੀ ਹੈ ਭੰਗੂ ਸਾਹਿਬ ਜੀ। ਬਿਲਕੁਲ, ਅਖੀਰ ਨੂੰ ਜਿੱਤ ਕਿਸਾਨਾਂ ਦੀ ਡਾਕਟਰ ਸਾਹਿਬ ਹੋਣੀ ਹੈ, ਬਿਲਕੁਲ ਇਹ ਗੱਲ ਤੈਅ ਹੈ। ਹੁਣ ਦੇਖੋ, ਜੇਕਰ ਆਪਾਂ ਅੱਗੇ ਦੇ ਹਾਲਾਤਾਂ ਦੀ ਗੱਲ ਕਰੀਏ, ਇੱਕ ਤਾਂ ਡਾਕਟਰ ਸਾਹਿਬ 2024 ਦੇ ਵਿੱਚ ਹੁਣ ਚੋਣਾਂ ਨੇ, ਵਿਧਾਨ ਸਭਾ 2022 ਦੇ ਵਿੱਚ 5 ਸੂਬਿਆਂ ਦੀ ਚੋਣਾਂ ਨੇ, 2024 ਦੇ ਵਿੱਚ ਆਮ ਚੋਣਾਂ ਨੇ, ਲੋਕ ਸਭਾ ਦੀਆਂ। ਬਿਲਕੁਲ ਹਾਂ, ਆਮ ਚੋਣਾਂ ਨੇ। ਤੇ ਉਹਦੇ 'ਚ ਬੀਜੇਪੀ ਸਰਕਾਰ ਨੂੰ ਖਤਰਾ ਕਿ ਕੁਰਸੀ ਗਈ ਕਿਉਂਕਿ ਇੱਕ ਅਲਟਰਨੇਟਿਵ ਖੜਾ ਹੋ ਗਿਆ ਨਾ ਕਿਸਾਨਾਂ ਦਾ, ਜੋ ਵੱਡੇ ਪੱਧਰ ਉੱਤੇ ਪੂਰੇ ਦੇਸ਼ ਦੇ ਵਿੱਚ ਵਿਰੋਧ ਕਰ ਰਿਹਾ। ਦੇਖੋ, ਇਹ ਗੱਲ ਤਾਂ ਡਾਕਟਰ ਸਾਹਿਬ ਮੰਨਣੀ ਪੈਣੀ ਹੈ ਆਪਾਂ ਨੂੰ ਕਿ ਕਾਂਗਰਸ ਉਸ ਜਾਣ ਦੀ ਸਥਿਤੀ ਵਿੱਚ ਨਹੀਂ ਕਿ ਉਹ ਬੀਜੇਪੀ ਸਰਕਾਰ ਦਾ ਮੁਕਾਬਲਾ ਕਰ ਸਕੇ। ਤੇ ਬੀਜੇਪੀ ਨੂੰ ਖਤਰਾ ਖਾਸ ਕਰਕੇ ਕਿਸਾਨ ਅੰਦੋਲਨ ਤੋਂ ਹੈ ਕਿ ਸਾਡੇ ਸਾਹਮਣੇ ਕਿਸਾਨ ਅੰਦੋਲਨ ਇੱਕ ਚੁਣੌਤੀ ਬਣ ਕੇ ਖੜਿਆ। ਉਹ ਚੁਣੌਤੀ ਐਡੀ ਵੱਡੀ ਹੈ ਕਿ ਸਾਡੀ ਕੁਰਸੀ ਇਹਦੇ 'ਚ ਜਾ ਸਕਦੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਜਾ ਸਕਦੀ ਹੈ। ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਬੰਗਾਲ ਦੇ ਵਿੱਚ ਕਿਸੇ ਵੇਲੇ ਕਿਹਾ ਜਾਂਦਾ ਸੀ ਬੀਜੇਪੀ ਦੇ ਰਾਹੀਂ ਕਿ ਅਸੀਂ ਉੱਥੇ 200 ਸੀਟਾਂ ਲੈ ਕੇ ਹਟਾਂਗੇ, ਔਰ ਹੋਇਆ ਕਿ ਬਿਲਕੁਲ ਉਹਨਾਂ ਦੀਆਂ 70 ਸੀਟਾਂ ਆਈਆਂ। ਔਰ ਬਾਅਦ ਦੇ ਵਿੱਚ ਉਹ ਵੀ ਲੋਕ ਜਿਹੜੇ ਸੀ ਬੀਜੇਪੀ ਜਿਹੜੇ ਸ਼ਾਮਲ ਹੋਏ ਸੀਗੇ, ਉਹ ਵੀ ਦੂਸਰੀ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਗਏ। ਆਪਾਂ ਸਾਰਾ ਇਤਿਹਾਸ ਇਸ ਗੱਲ ਦਾ ਗਵਾਹ ਹੈ। ਸੋ ਇਸ ਕਰਕੇ ਇੱਕ ਗੱਲ ਬਿਲਕੁਲ ਕਲੀਅਰ ਹੈ, ਜੇਕਰ 22 ਦੀਆਂ ਚੋਣਾਂ ਦੇ ਵਿੱਚ ਯੂਪੀ ਹਾਰਦੀ ਹੈ ਬੀਜੇਪੀ, ਖਾਸ ਤੌਰ ਤੇ ਉੱਤਰਾਖੰਡ ਹਾਰਦੀ ਹੈ, ਪੰਜਾਬ ਹਾਰਦੀ ਹੈ, ਤਾਂ ਲਾਜ਼ਮੀ ਤੌਰ ਤੇ 24 ਦੇ ਵਿੱਚ, ਜਿਵੇਂ ਤੁਸੀਂ ਦੱਸ ਰਹੇ ਹੋ, ਜਦੋਂ ਵੀ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ 24 ਦੇ ਵਿੱਚ, ਤਾਂ ਕਿਸੇ ਵੀ ਹਾਲਤ ਦੇ ਵਿੱਚ ਬੀਜੇਪੀ ਜਿੱਤ ਨਹੀਂ ਪਾਏਗੀ। ਔਰ ਇਹਦਾ ਮਤਲਬ ਇਹ ਨਹੀਂ ਕਿ ਕਿਉਂਕਿ ਕਾਂਗਰਸ ਇਸ ਵੇਲੇ ਸਥਿਤੀ 'ਚ ਨਹੀਂ ਹੈ। ਮੈਂ ਇਹ ਆਪਾਂ ਦਰਸ਼ਕਾਂ ਨੂੰ ਜ਼ਰੂਰ ਇਹ ਸਮਝਾਉਣ ਦੀ ਗੱਲ ਹੋਣੀ ਚਾਹੀਦੀ ਹੈ ਕਿ ਜੇਕਰ ਰੀਜਨਲ ਪਾਰਟੀਆਂ ਵੀ ਮਿਲ ਕੇ ਇਕੱਠੀਆਂ ਹੁੰਦੀਆਂ ਨੇ 24 ਦੇ ਵਿੱਚ, ਜਾਂ ਇਸ ਤਰ੍ਹਾਂ ਦੀ ਕਾਂਗਰਸ ਦੇ ਨਾਲ ਕੋਈ ਕੋਲੈਬੋਰੇਸ਼ਨ ਬਣਦੀ ਹੈ, ਤਾਂ ਲਾਜ਼ਮੀ ਤੌਰ ਤੇ ਤੀਜਾ ਕੋਈ ਫਰੰਟ ਬਣਦਾ ਹੈ, ਤਾਂ ਉਸ ਨੂੰ ਵੀ ਲੋਕਾਂ ਨੇ ਵੋਟਾਂ ਪਾ ਦੇਣੀਆਂ ਨੇ। ਜਿਵੇਂ ਕਿਸੇ ਵੇਲੇ ਆਪਾਂ ਨੂੰ ਪਤਾ ਹੈ ਕਿ ਜਨਤਾ ਪਾਰਟੀ ਦੀ ਸਰਕਾਰ ਬਣੀ ਸੀਗੀ, ਔਰ ਉਸ ਵੇਲੇ ਜਨਤਾ ਪਾਰਟੀ ਦਾ ਐਡੀ ਵੱਡੀ ਲਹਿਰ ਸੀਗੀ ਕਿ ਉਹਨੇ ਕਾਂਗਰਸ ਨੂੰ ਹਿਲਾ ਕੇ ਰੱਖਦਾ ਸੀਗਾ। ਜਿਹੜੀ ਕਾਂਗਰਸ ਕਹਿੰਦੀ ਸੀ ਕਿ ਸਾਨੂੰ ਕੋਈ ਹਿਲਾ ਨਹੀਂ ਸਕਦਾ ਇੱਥੋਂ ਭਾਰਤ ਦੇ ਵਿੱਚੋਂ। ਸੋ ਉਹੀ ਮੈਨੂੰ ਲੱਗਦਾ ਕਿ ਓਡੀ ਵੱਡੀ ਮੂਵਮੈਂਟ ਇਹ ਜਿਹੜੀ ਕਿਸਾਨਾਂ ਦੀ ਬਣਨੀ ਹੈ। ਔਰ ਇਸ ਮੂਵਮੈਂਟ ਨੇ 24 ਦੇ ਵਿੱਚ ਅਗਲੀ ਵਾਰ ਜਦੋਂ ਫਾਈਨਲ ਮੈਚ ਖੇਡਿਆ ਜਾਏਗਾ, ਜਿਹੜਾ ਸੈਮੀਫਾਈਨਲ ਹੁਣ ਮੈਚ ਖੇਡਿਆ ਜਾਣਾ 22 ਦੇ ਵਿੱਚ, ਉਹ ਵੀ ਹਾਰੇਗੀ, ਔਰ ਫਾਈਨਲ ਮੈਚ ਵੀ ਤੁਸੀਂ ਦੇਖਣਾ 24 ਵਾਲਾ ਬੀਜੇਪੀ ਹਾਰੇਗੀ। ਸੋ ਮੈਂ ਹੀ ਇੱਕ ਬੇਨਤੀ ਕਰਾਂਗੇ ਆਪਣੇ ਚੈਨਲ ਦੇ ਜ਼ਰੀਏ ਕਿ ਇਸ ਸੰਘਰਸ਼ ਦੇ ਨੇਚਰ ਨੂੰ ਸਮਝਿਆ ਜਾਏ, ਇਹਦੀ ਪ੍ਰਕਿਰਤੀ ਨੂੰ ਸਮਝਿਆ ਜਾਏ, ਔਰ ਕਿਸਾਨਾਂ ਦੇ ਮਸਲੇ ਜਿਹੜੇ ਨੇ ਹੱਲ ਹੋਣੇ ਚਾਹੀਦੇ ਨੇ। ਮੈਂ ਇਹ ਵੀ ਬੇਨਤੀ ਕਰਾਂਗਾ ਕਿ ਇਸ ਚੈਨਲ ਦੇ ਜ਼ਰੀਏ ਕਿ ਜਿਹੜੇ ਪੰਜਾਬ ਦੀ ਲੀਡਰਸ਼ਿਪ ਹੈ ਬੀਜੇਪੀ ਦੀ, ਉਹਨੂੰ ਵੀ ਪੰਜਾਬ ਦੇ ਲੋਕਾਂ ਦੇ ਨਾਲ, ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਹੈ। ਔਰ ਜੇਕਰ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਨਹੀਂ ਖੜਦੀ, ਤਾਂ 22 ਦੀਆਂ ਚੋਣਾਂ ਦੇ ਵਿੱਚ ਬਹੁਤ ਇੱਕ ਜ਼ਰੂਰੀ ਹੈ ਕਿ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ। ਇਹ ਗੱਲ ਬਿਲਕੁਲ ਕੰਧ ਤੇ ਲਿਖੀ ਹੋਈ ਬਿਲਕੁਲ ਸਾਫ਼ ਗੱਲ ਹੈ ਇਹ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ
ਕਿ ਸ਼ੁਰੂਆਤ ਬੰਗਾਲ ਨੇ ਕੀਤੀ ਔਰ ਉਸ ਤੋਂ ਬਾਅਦ ਵੱਖ-ਵੱਖ ਖੇਤਰਾਂ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋਇਆ। ਲਖੀਮਪੁਰ ਖੀਰੀ ਵਾਲੀ ਘਟਨਾ ਨੇ ਯੂਪੀ ਦੇ ਵਿੱਚ ਵੀ ਬਹੁਤ ਵੱਡਾ ਅਸਰ ਪਾਇਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਉਂ-ਜਿਉਂ ਚੋਣਾਂ ਨੇੜੇ ਆਉਣਗੀਆਂ ਔਰ ਖਾਸ ਤੌਰ ਤੇ 29 ਤਰੀਕ ਤੋਂ ਬਾਅਦ ਜਦੋਂ ਕਿਸਾਨਾਂ ਨੇ ਬਹੁਤ ਵੱਡਾ ਘਿਰਾਓ ਪਾਰਲੀਮੈਂਟ ਦਾ ਕਰਨਾ ਹੈ, ਉਸ ਤੋਂ ਬਾਅਦ ਜਿਹੜਾ ਹੈਗਾ ਅਖਾੜਾ ਹੋਰ ਭਖੇਗਾ ਔਰ ਪੰਜਾਬ ਦੇ ਔਰ ਪੂਰੇ ਭਾਰਤ ਦੇ ਲੋਕ ਦਿੱਲੀ ਦੇ ਵੱਲ ਕੂਚ ਕਰਨਗੇ ਔਰ ਤੁਸੀਂ ਦੇਖਣਾ ਕਿ 22 ਦੀਆਂ ਚੋਣਾਂ ਤੱਕ ਇਹ ਜਿਹੜਾ ਹੈਗਾ ਇਹ ਮਸਲਾ ਕਿਸਾਨੀ ਦਾ ਹੋਰ ਜ਼ਿਆਦਾ ਭਖੇਗਾ ਔਰ ਹੋਰ ਵੱਡਾ ਨੁਕਸਾਨ ਬੀਜੇਪੀ ਦਾ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਪੰਗੂ ਸਾਹਿਬ ਜੀ ਡਾਕਟਰ ਸਾਹਿਬ, ਤੁਸੀਂ ਗੱਲਬਾਤ ਕਰਦੇ ਹੋ, ਗੱਲ ਦਾ ਜ਼ਿਕਰ ਕੀਤਾ ਕਿ ਕਿਸਾਨਾਂ ਨੇ, ਪੰਜਾਬ ਦੇ ਲੋਕਾਂ ਨੇ, ਹਿੰਦੁਸਤਾਨ ਦੇ ਲੋਕਾਂ ਨੇ ਜਿੱਥੇ ਜਿੱਥੇ ਵੀ ਚੋਣਾਂ ਨੇ ਉਹਨਾਂ ਨੇ ਜਵਾਬ ਦਿੱਤਾ ਕਿ ਭਾਈ ਸਾਡੇ ਦਰਾਂ 'ਚ ਨਾ ਆਇਓ, ਜਦੋਂ ਤੱਕ ਕਿਸਾਨੀ ਅੰਦੋਲਨ ਦਾ ਕੋਈ ਹੱਲ ਨਹੀਂ ਨਿਕਲਦਾ ਜੀ ਉਦੋਂ ਤੱਕ ਅਸੀਂ ਸਿਆਸਤ ਬਾਰੇ, ਵੋਟ ਪਾਉਣ ਬਾਰੇ, ਸਿਆਸੀ ਰੈਲੀਆਂ 'ਚ ਜਾਣ ਬਾਰੇ ਅਸੀਂ ਸੋਚ ਨਹੀਂ ਸਕਦੇ। ਜੀ ਦੇਖੋ, ਪਹਿਲਾਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸੀ, ਕਿਸਾਨ ਆਗੂਆਂ ਨੇ 1 ਬਾਏ 1 ਕਰਕੇ ਸਾਰੇ ਸਿਆਸੀ ਪਾਰਟੀਆਂ ਨੂੰ ਮਿਲੇ ਸੀ ਕਿ ਜਦੋਂ ਤੱਕ ਇੱਕ ਤਾਂ ਚੋਣ ਕਮਿਸ਼ਨ ਐਲਾਨ ਨਹੀਂ ਕਰਦਾ ਜੀ ਚੋਣ ਕਮਿਸ਼ਨ ਐਲਾਨ ਨਹੀਂ ਕਰਦਾ, ਤੁਸੀਂ ਭਾਈ ਉਦੋਂ ਤੱਕ ਨਾ ਕੋਈ ਆਪਣੀ ਗਤੀਵਿਧੀ ਕਰੋ ਰਾਜਨੀਤਿਕ। ਤੇ ਉਸ ਤੋਂ ਬਾਅਦ ਵੀ ਸਿਆਸੀ ਪਾਰਟੀਆਂ ਡਾਕਟਰ ਸਾਹਿਬ ਲਗਾਤਾਰ ਲੱਗੀਆਂ ਹੋਈਆਂ ਨੇ। ਤੁਸੀਂ ਦੇਖਿਆ ਕਿ ਪਿਛਲੇ ਦਿਨੀ ਕਿੰਨਾ ਥਾਵੇਂ ਦਾ ਵਿਰੋਧ ਵੀ ਹੋਇਆ, ਅਕਾਲੀ, ਕਾਂਗਰਸੀ, ਆਮ ਆਦਮੀ ਪਾਰਟੀ ਟਕਰਾਅ ਦੀ ਸਥਿਤੀ ਬਣਦੀ ਜਾ ਰਹੀ ਹੈ ਕਿਸਾਨਾਂ ਦੇ ਨਾਲ, ਪਰ ਸਿਆਸਤਾਂ ਸਮੇਂ ਤੋਂ ਪਹਿਲਾਂ ਤੇਜ਼ ਹੋ ਗਈਆਂ ਨੇ। ਜੀ ਬਿਲਕੁਲ, ਬੇਸ਼ੱਕ ਸਿਆਸਤਦਾਨ ਜਾਂ ਸਿਆਸੀ ਪਾਰਟੀਆਂ ਆਪਣੀਆਂ ਗਤੀਵਿਧੀਆਂ 'ਚ ਲਿਪਤ ਨੇ ਔਰ ਗਤੀਵਿਧੀਆਂ ਲਗਾਤਾਰ ਕਰ ਰਹੀਆਂ ਨੇ, ਪਰ ਇਹਦਾ ਮਤਲਬ ਇਹ ਨਹੀਂ ਹੈ ਪੰਗੂ ਸਾਹਿਬ, ਜਿਹੜੀ ਸਮਝਣ ਵਾਲੀ ਗੱਲ ਹੈ ਕਿ ਇਸ ਵੇਲੇ ਪੰਜਾਬ ਦੇ ਲੋਕ ਉਹ ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕਰਾਉਣਾ ਦੇਖਣਾ ਚਾਹੁੰਦੇ ਨੇ, ਨਾ ਕਿ ਸਿਆਸੀ ਇਹਨਾਂ ਦੀਆਂ ਜਿਹੜੀਆਂ ਰੈਲੀਆਂ ਹੋ ਰਹੀਆਂ ਨੇ ਉੱਥੇ। ਹੁਣ ਸਿਆਸੀ ਰੈਲੀਆਂ 'ਚ ਕੀ ਹੈ, ਸਿਰਫ ਵੱਖ-ਵੱਖ ਪਾਰਟੀਆਂ ਦਾ ਕਾਡਰ ਜਿਹੜਾ ਜਾ ਰਿਹਾ ਹੈ, ਆਮ ਲੋਕਾਂ ਦਾ ਕੋਈ ਇੰਟਰਸਟ ਨਹੀਂ ਹੈ। ਚਾਹੇ ਉਹ ਅਕਾਲੀ ਦਲ ਰੈਲੀਆਂ ਕਰਦਾ ਹੈ ਤਾਂ ਵੀ ਉੱਥੇ ਆਮ ਲੋਕ ਨਹੀਂ ਜਾਂਦੇ, ਸਿਰਫ ਉਹਨਾਂ ਦੇ ਕਾਡਰ ਜਿਹੜਾ ਹੈਗਾ ਉਹ ਜਾਂਦੇ ਨੇ, ਅਹੁਦੇਦਾਰ ਜਾਂਦੇ ਨੇ। ਜੇਕਰ ਕੋਈ ਕਾਂਗਰਸ ਪ੍ਰੋਗਰਾਮ ਕਰਦੀ ਹੈ ਤਾਂ ਵੀ ਉਹਨਾਂ ਦੇ ਅਹੁਦੇਦਾਰ ਜਾਂ ਜਿਹੜਾ ਉਹਨਾਂ ਦਾ ਕਾਡਰ ਹੈ ਉਹ ਜਾਂਦਾ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦਾ ਕਾਡਰ ਜਾਂਦਾ ਹੈ ਜਾਂ ਦੂਜੀਆਂ ਪਾਰਟੀਆਂ ਦਾ ਕਾਡਰ ਜਾ ਰਿਹਾ ਹੈ। ਸੋ ਇਸ ਕਰਕੇ ਜੇਕਰ ਇਹਨਾਂ ਸਿਆਸੀ ਪਾਰਟੀਆਂ ਨੇ ਆਮ ਲੋਕਾਂ ਤੋਂ ਵੋਟਾਂ ਲੈਣੀਆਂ ਨੇ, ਕਿਸਾਨਾਂ ਤੋਂ ਵੋਟਾਂ ਲੈਣੀਆਂ ਨੇ, ਨੌਜਵਾਨਾਂ ਤੋਂ ਵੋਟਾਂ ਲੈਣੀਆਂ ਨੇ, ਔਰਤਾਂ ਤੋਂ ਵੋਟਾਂ ਲੈਣੀਆਂ ਨੇ ਜਾਂ ਹੋਰ ਦੁਕਾਨਦਾਰਾਂ ਤੋਂ, ਵਪਾਰੀਆਂ ਤੋਂ ਵੋਟਾਂ ਲੈਣੀਆਂ ਨੇ, ਤਾਂ ਲਾਜ਼ਮੀ ਤੌਰ ਤੇ ਇਹਨਾਂ ਨੂੰ ਮੁੱਦਿਆਂ ਦੀ ਲੜਾਈ ਤੇ ਆਉਣਾ ਪਏਗਾ। ਮੁੱਦੇ ਇਸ ਵੇਲੇ ਗਾਇਬ ਨੇ, ਸਗੋਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਾਹਲ ਕੀਤੀ ਜਾ ਰਹੀ ਹੈ ਕਿ ਜਿੰਨੀ ਛੇਤੀ ਹੋ ਸਕੇ ਅਸੀਂ ਆਪਣੇ ਉਮੀਦਵਾਰ ਅਨਾਉਂਸ ਕਰ ਦਈਏ। ਤੁਸੀਂ ਅਕਾਲੀ ਦਲ ਦਾ ਦੇਖ ਹੀ ਲਿਆ ਕਿ ਲਗਾਤਾਰ ਉਹ ਕਿਉਂ ਇੰਨਾ ਡਰਿਆ ਹੋਇਆ, ਕਿਉਂ ਉਹਨਾਂ ਨੂੰ ਲੱਗਦਾ ਹੈ ਕਿ ਹਜੇ ਬਾਕੀ ਪਾਰਟੀਆਂ ਕੋਈ ਅੱਗੇ ਨਹੀਂ ਆ ਰਹੀਆਂ ਔਰ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਜਿਹੜਾ ਹੈਗਾ ਆਪਣੇ ਉਮੀਦਵਾਰਾਂ ਨੂੰ ਘੋਸ਼ਿਤ ਕੀਤਾ ਹੈ। ਇਹਦਾ ਮਤਲਬ ਹੈ ਕਿ ਅੰਦਰੋਂ ਇਹ ਪਾਰਟੀਆਂ ਬੇਸ਼ੱਕ ਡਰੀਆਂ ਹੋਈਆਂ ਨੇ, ਪਰ ਉੱਪਰੋਂ ਇਹ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਹੀਆਂ ਨੇ ਕਿ ਦੇਖੋ ਜੀ, ਸਾਨੂੰ ਕੋਈ ਪਰਵਾਹ ਨਹੀਂ ਹੈ ਕਿਸਾਨਾਂ ਦੀ, ਸਾਨੂੰ ਕਿਸਾਨਾਂ ਦੇ ਮੁੱਦਿਆਂ ਦੀ ਕੋਈ ਪਰਵਾਹ ਨਹੀਂ ਹੈ, ਅਸੀਂ ਤਾਂ ਆਪਣੇ ਉਮੀਦਵਾਰ ਜਿਹੜੇ ਹੈਗੇ ਐਲਾਨ ਰਹੇ ਹਾਂ। ਪਰ ਅਖੀਰ ਨੂੰ ਜਾਣਾ ਕਿਹਨਾਂ ਕੋਲੇ ਪਏਗਾ? ਸਵਾਲ ਇਹਨਾਂ ਦੇ ਸਾਹਮਣੇ ਸਿਆਸੀ ਪਾਰਟੀਆਂ ਦੇ ਕੋਲੇ ਇਹੀ ਹੈ। ਜੇਕਰ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੋਟ ਮਿਲਣੀ ਹੈ ਤਾਂ ਕਿਹਨਾਂ ਤੋਂ ਮਿਲਣੀ ਹੈ? ਕਿਸਾਨਾਂ ਤੋਂ ਮਿਲਣੀ ਹੈ। ਸੋ ਕਿਸਾਨਾਂ ਦੇ ਮੁੱਦਿਆਂ ਦੇ ਵਿਰੋਧ 'ਚ ਖੜੇ ਨਜ਼ਰ ਆ ਰਹੇ ਨੇ ਵੱਖ-ਵੱਖ ਜਿਹੜੇ, ਚਾਹੇ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਬੀਜੇਪੀ ਹੈ। ਸੋ ਇਸ ਕਰਕੇ ਜਿਵੇਂ ਤੁਸੀਂ ਕਹਿ ਰਹੇ ਹੋ, ਇਹਦੇ ਨਾਲ ਇਹਨਾਂ ਸਿਆਸੀ ਪਾਰਟੀਆਂ ਦਾ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ, ਇਹਦੇ ਨਾਲ ਸਗੋਂ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਪੰਗੂ ਸਾਹਿਬ। ਜੀ ਬਿਲਕੁਲ, ਨੁਕਸਾਨ ਹੋਣ ਦੀਆਂ ਸੰਭਾਵਨਾ ਨਜ਼ਰ ਆ ਰਹੀਆਂ ਡਾਕਟਰ ਸਾਹਿਬ, ਬਿਲਕੁਲ ਤੁਸੀਂ ਸਹੀ ਫਰਮਾਇਆ। ਜਾਂਦੇ ਜਾਂਦੇ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਕਿ ਜੋ ਪੋਲਿਊਸ਼ਨ ਹੈ ਇਹ ਜੋ ਕਿਸਾਨਾਂ ਦੇ ਮੱਥੇ ਤੇ ਮੜਿਆ ਜਾਂਦਾ, ਇਕੱਲੇ ਕਿਸਾਨ ਜ਼ਿੰਮੇਵਾਰ ਨਹੀਂ। ਸੁਪਰੀਮ ਕੋਰਟ ਕਿਸਾਨਾਂ ਦੇ ਹੱਕ 'ਚ ਖੜਦੀ ਹੋਈ ਦਿਖਾਈ ਦੇ ਰਹੀ ਹੈ ਪਰਾਲੀ ਵਾਲੇ ਮਸਲੇ ਤੇ। ਜੀ ਦੇਖੋ, ਜਦੋਂ ਕਿਸਾਨ ਪਰਾਲੀ ਜਲਾਉਂਦਾ ਹੈ, ਖੇਤ ਨੂੰ ਅੱਗ ਲਾਉਂਦਾ ਹੈ, ਪਰਾਲੀ ਨੂੰ ਅੱਗ ਲਾਉਂਦਾ ਹੈ, ਤਾਂ ਸਭ ਤੋਂ ਪਹਿਲਾਂ ਉਹਦੇ ਅੰਦਰ ਧੂੰਆਂ ਜਾਂਦਾ ਹੈ। ਸਭ ਤੋਂ, ਇਹ ਨਹੀਂ ਕਿ ਦੂਜੇ ਦੇ ਅੰਦਰ ਧੂੰਆਂ ਜਾਂਦਾ ਹੈ, ਸਭ ਤੋਂ ਪਹਿਲਾਂ ਕਿਸਾਨ ਆਪ ਬਿਮਾਰ ਹੁੰਦਾ ਹੈ, ਉਹਦੀ ਅੱਖਾਂ 'ਚ ਧੂੰਆਂ ਜਾਂਦਾ ਹੈ। ਜਾਂ ਇਸ ਤੋਂ ਬਿਨਾਂ ਵੀ ਜਦੋਂ ਅਸੀਂ ਕਹਿੰਦੇ ਹਾਂ ਕਿ ਕਿਸਾਨ ਜਿਹੜਾ ਹੈਗਾ ਪੈਸਟੀਸਾਈਡਸ ਯੂਜ਼ ਕਰਦਾ ਹੈ, ਖਾਦਾਂ ਯੂਜ਼ ਕਰਦਾ ਹੈ, ਯੂਰੀਆ ਵਰਤਦਾ ਹੈ ਆਪਣੀਆਂ ਫਸਲਾਂ ਦੇ ਲਈ, ਤਾਂ ਸਭ ਤੋਂ ਪਹਿਲਾਂ ਉਹ ਬਿਮਾਰ ਹੁੰਦਾ। ਜਦੋਂ ਉਹ ਢੋਲੀ ਦੇ ਰਾਹੀਂ ਛਿੜਕਾਅ ਕਰਦਾ ਤਾਂ ਉਹ ਛਿੜਕਾਅ ਜਿਹੜਾ ਹੈਗਾ ਉਹ ਪੈਸਟੀਸਾਈਡ ਜਿਹੜੀਆਂ ਨੇ ਉਹ ਸਭ ਤੋਂ ਪਹਿਲਾਂ ਤਾਂ ਕਿਸਾਨ ਦੇ ਅੰਦਰ ਜਾਂਦੀਆਂ ਨੇ, ਕਿਸਾਨ ਬਿਮਾਰ ਹੁੰਦਾ ਹੈ।
ਕਿਸਾਨ ਜਿਹੜਾ ਹੈਗਾ ਆਪਾਂ ਨੂੰ ਵੀ ਪਤਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਸਾਡਾ ਮਾਲਵਾ ਏਰੀਆ ਹੈ ਉਹ ਕੈਂਸਰ ਬੈਲਟ ਬਣ ਚੁੱਕਿਆ ਹੈ। ਕਿਉਂ ਬਣਿਆ? ਕਿਉਂਕਿ ਉੱਥੇ ਜਿਹੜੀਆਂ ਇਦਾਂ ਦੀਆਂ ਦਵਾਈਆਂ ਦਾ ਛਿੜਕਾਅ ਚਾਹੇ ਕਪਾਹ ਦੇ ਉੱਤੇ ਚਾਹੇ ਝੋਨੇ ਦੇ ਉੱਤੇ ਜਦੋਂ ਕਰਦਾ ਹੈ ਤਾਂ ਉਹਦੇ ਨਾਲ ਬਿਮਾਰੀਆਂ ਫੈਲਦੀਆਂ ਨੇ। ਸੋ ਕੈਂਸਰ ਵਰਗੀਆਂ ਬਿਮਾਰੀਆਂ, ਕੈਂਸਰ ਟ੍ਰੇਨ ਜਿਹੜੀ ਹੈਗੀ ਹੈ ਜਾਂਦੀ ਹੈ, ਆਪਾਂ ਸਾਰੇ ਜਾਣਦੇ ਹਾਂ। ਉਸ ਇਤਿਹਾਸ 'ਚ ਮੈਂ ਇਸ ਵੇਲੇ ਨਹੀਂ ਜਾਣਾ ਚਾਹਾਂਗਾ, ਪਰ ਜਿੱਥੋਂ ਤੱਕ ਪਰਾਲੀ ਨੂੰ ਫੂਕਣ ਦਾ ਮਸਲਾ ਹੈ ਤਾਂ ਇਹਦਾ ਮਤਲਬ ਹੱਲ ਕਿਸਾਨ ਕਹਿੰਦਾ ਕਿ ਮੈਂ ਕਰਨ ਨੂੰ ਤਿਆਰ ਹਾਂ। ਕਿਸਾਨ ਜਥੇਬੰਦੀਆਂ ਵੀ ਇਹ ਗੱਲ ਕਹਿ ਰਹੀਆਂ ਨੇ ਕਿ ਤੁਸੀਂ ਸਾਨੂੰ ਜਾਂ ਤਾਂ ਜਿਹੜਾ ਵੀ ਚਾਹੇ ਮਸ਼ੀਨਰੀ ਕੋਈ ਲਿਆਉਣੀ ਪਵੇ, ਚਾਹੇ ਸਾਨੂੰ ਕੋਈ ਉਹਦਾ ਹੋਰ ਹੱਲ ਕਰਨਾ ਪਵੇ, ਤੁਸੀਂ ਸਾਨੂੰ ਉਹਦੀ ਸਬਸਿਡੀ ਦਿਓ, ਤੁਸੀਂ ਸਾਨੂੰ ਪਰ ਏਕੜ 3000 ਰੁਪਇਆ ਦਿਓ। ਕਿਸਾਨ ਲਗਾਤਾਰ ਇਹ ਮੰਗ ਕਰ ਰਹੇ ਨੇ। ਜਾਂ 1 ਟਨ ਦੇ ਲਈ ਤੁਸੀਂ ਸਾਨੂੰ 100 ਰੁਪਇਆ ਪਰ ਟਨ ਜਿਹੜਾ ਹੈਗਾ ਉਹਦਾ ਮੁਆਵਜ਼ਾ ਦੇ ਦਿਓ। ਸੋ ਜੇਕਰ ਤੁਸੀਂ ਸਾਨੂੰ ਪੈਸਾ ਦਿਓਗੇ, ਸਬਸਿਡੀ ਦਿਓਗੇ, ਤਾਂ ਅਸੀਂ ਖੁਦ ਜਿਹੜਾ ਹੈਗਾ ਇਸ ਪਰਾਲੀ ਦਾ ਹੱਲ ਕਰਨ ਲਈ ਤਿਆਰ ਬੈਠੇ ਹਾਂ। ਸੋ ਜਦੋਂ ਸਰਕਾਰਾਂ ਇਹ ਮੰਨ ਨਹੀਂ ਰਹੀਆਂ, ਉਹ ਆਪਣੀ ਜਿਹੜੀ ਮਹਿੰਗੀ ਚਾਹੇ ਮਸ਼ੀਨਰੀ ਖਰੀਦਣੀ ਪਵੇ ਜਾਂ ਉਹਦਾ ਕੋਈ ਹੋਰ ਹੱਲ ਕਰਨਾ ਪਵੇ, ਟਰੈਕਟਰ ਖਰੀਦਣਾ ਪਵੇ, ਉਹਦੇ ਲਈ ਜਦੋਂ ਤੁਸੀਂ ਉਹਦਾ ਹੱਲ ਕਰਨਾ ਹੈ ਤਾਂ ਇਹ ਮਹਿੰਗੀ ਜਿਹੜੀ ਹੈਗੀ ਹੈ ਮਸ਼ੀਨਰੀ ਕਿਵੇਂ ਖਰੀਦੇਗਾ? ਕਿਉਂਕਿ ਸਾਡੇ ਕੋਲੇ 80-85% ਪੰਜਾਬ ਦਾ ਜਾਂ ਹਿੰਦੁਸਤਾਨ ਦਾ ਕਿਸਾਨ 2.5 ਤੋਂ ਲੈ ਕੇ 5 ਏਕੜ ਦੇ ਥੱਲੇ ਜਿਹੜਾ ਹੈਗਾ ਉਹ ਜ਼ਮੀਨ ਵਾਹੁੰਦਾ ਹੈ। ਸੋ ਇਸ ਕਰਕੇ ਕਹਿਣਾ ਕਿਸਾਨ ਹੁਣ ਜਿਹੜਾ ਹੈਗਾ ਕਿਸਾਨਾਂ ਨੂੰ ਇਹ ਕਹਿ ਦੇਣਾ ਕਿ ਜਿਹੜੀਆਂ ਸਰਕਾਰਾਂ ਹੁਣ ਤੱਕ ਕਹਿੰਦੀਆਂ ਰਹੀਆਂ ਕਿ ਕਿਸਾਨਾਂ ਕਰਕੇ ਇਹ ਜਿਹੜਾ ਹੈਗਾ ਧੂਆਂ ਪੈਦਾ ਹੁੰਦਾ ਹੈ, ਪੋਲੂਸ਼ਨ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਆਪਾਂ ਦੇਖਦੇ ਹਾਂ ਕਿ ਪੋਲੂਸ਼ਨ ਜਿਹੜਾ ਹੈਗਾ ਕਾਰਾਂ ਜਿਹੜੀਆਂ ਨੇ ਕੱਢਦੀਆਂ ਨੇ ਔਰ ਮੋਟਰਸਾਈਕਲ ਕੱਢਦੇ ਨੇ, ਗੱਡੀਆਂ ਕੱਢਦੀਆਂ ਨੇ। ਸੋ ਉਹਨਾਂ ਦੇ ਉੱਤੇ ਤਾਂ ਕਦੇ ਜਿਹੜਾ ਹੈਗਾ ਸ਼ਿਕੰਜਾ ਨਹੀਂ ਕੱਸਦੀਆਂ। ਕਾਰਾਂ ਦੀਆਂ ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂ ਨੇ ਉਹ ਲਗਾਤਾਰ ਵੱਧ ਰਹੀਆਂ ਨੇ, ਕਰੋੜਾਂ ਅਰਬਾਂ ਰੁਪਈਆ ਦਾ ਬਿਜ਼ਨਸ ਹੈ ਉਹਨਾਂ ਦਾ, ਉਹਨਾਂ ਦੇ ਬਾਰੇ ਕਦੇ ਕੋਈ ਗੱਲ ਕਿਉਂ ਨਹੀਂ ਹੁੰਦੀ? ਸੋ ਕਿਸਾਨ ਆਪਣੀ ਮਜਬੂਰੀ ਦੇ ਕਰਕੇ, ਜਦੋਂ ਕਿ ਖੁਦ ਉਹ ਪਹਿਲਾਂ ਬਿਮਾਰ ਹੁੰਦਾ ਹੈ, ਜਦੋਂ ਉਹ ਮਜਬੂਰੀ ਦੇ ਵਿੱਚ ਆਪਣੀ ਫਸਲ ਨੂੰ ਅੱਗ ਲਾਉਂਦਾ ਹੈ, ਤਾਂ ਉਹਦਾ ਹੱਲ ਜਿਹੜਾ ਹੈਗਾ ਕਿਸਾਨ ਖੁਦ ਇਹ ਦੱਸਣ ਲਈ ਤਿਆਰ ਹੈ ਔਰ ਕਰਨ ਲਈ ਤਿਆਰ ਹੈ ਕਿ ਭਾਈ ਤੁਸੀਂ ਮੈਨੂੰ ਸਰਕਾਰਾਂ ਕੁਝ ਪੈਸੇ ਤਾਂ ਦੇਣ, ਸਬਸਿਡੀਆਂ ਦੇਣ, ਔਰ ਮੈਂ ਰੋਟਾਮੀਟਰ ਹੈਗਾ ਉਹ ਵੀ ਲੈ ਕੇ ਆ ਸਕਦਾ ਹਾਂ। ਪਰ ਜਿਹਦੇ ਕੋਲ ਜੇ ਤੁਸੀਂ ਪੈਸਾ ਨਹੀਂ ਦਿਓਗੇ, ਕਿ ਸਰਕਾਰਾਂ ਪੈਸਾ ਖਰਚਣਗੀਆਂ ਨਹੀਂ, ਤਾਂ ਕਿਸਾਨ ਜਿਹੜਾ ਹੈਗਾ ਮਜਬੂਰੀ ਦੇ ਵਿੱਚ ਉਹ ਅੱਗ ਲਾਏਗਾ ਹੀ ਲਾਏਗਾ। ਸੋ ਚਾਹੇ ਉਹ ਪੰਜਾਬ ਦੀ ਸਰਕਾਰ ਹੈ, ਚਾਹੇ ਉਹ ਹਰਿਆਣੇ ਦੀ ਸਰਕਾਰ ਹੈ, ਚਾਹੇ ਦਿੱਲੀ ਦੀ ਸਰਕਾਰ ਹੈ, ਚਾਹੇ ਯੂਪੀ ਦੀ ਸਰਕਾਰ ਹੈ, ਜਿੱਥੇ ਜਿੱਥੇ ਇਹਨਾਂ ਕਿਸਾਨਾਂ ਦੇ ਦੁਆਰਾ ਅੱਗ ਲਾਈ ਜਾਂਦੀ ਹੈ ਪਰਾਲੀ ਨੂੰ, ਉੱਥੋਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਸਬਸਿਡੀ ਦੇਣੀ ਚਾਹੀਦੀ ਹੈ। ਔਰ ਪਰਾਲੀ ਤੋਂ ਬਹੁਤ ਕੁਝ ਪੈਦਾ ਹੋ ਸਕਦਾ ਹੈ ਪੰਗੂ ਸਾਹਿਬ, ਔਰ ਕਿਸਾਨ ਇਸ ਗੱਲ ਦਾ ਗਵਾਹ ਹੈ। ਕਿਸਾਨ ਇਹ ਬਾਰ-ਬਾਰ ਕਹਿ ਚੁੱਕਿਆ ਹੈ, ਕਿਸਾਨ ਕਹਿ ਚੁੱਕਿਆ ਹੈ ਕਿ ਪਰਾਲੀ ਤੋਂ ਅਸੀਂ ਬਿਜਲੀ ਪੈਦਾ ਕਰ ਸਕਦੇ ਹਾਂ, ਪਰਾਲੀ ਤੋਂ ਅਸੀਂ ਗੱਤਾ ਪੈਦਾ ਕਰ ਸਕਦੇ ਹਾਂ, ਪਰਾਲੀ ਤੋਂ ਅਸੀਂ ਹੋਰ ਬਹੁਤ ਕੁਝ ਜਿਹੜੀਆਂ ਸਰਕਾਰਾਂ ਜੇ ਚਾਹਣ ਪੈਦਾ ਕਰ ਸਕਦੀਆਂ ਨੇ। ਸਵਾਲ ਪੈਦਾ ਹੁੰਦਾ ਹੈ ਕਿ ਕਿਉਂ ਨਹੀਂ ਕਰਦੀਆਂ ਸਰਕਾਰਾਂ, ਕਿਉਂ ਸਰਕਾਰਾਂ ਅੱਗੇ ਨਹੀਂ ਆਉਂਦੀਆਂ, ਕਿਉਂ ਆਮ ਲੋਕਾਂ ਨੂੰ ਉਹਨਾਂ ਨੇ ਬਿਮਾਰ ਕਰਨ ਦੀ ਨੌਬਤ ਜਿਹੜੀ ਹੈਗੀ ਹੈ ਇਹਨਾਂ ਦਿਨਾਂ 'ਚ ਕਿਉਂ ਆਉਂਦੀ ਹੈ? ਖੰਘ, ਖਾਂਸੀ, ਬੁਖਾਰ, ਹੋਰ ਪਤਾ ਨਹੀਂ ਕਿੱਦਾਂ ਦੀਆਂ ਭਿਆਨਕ ਬਿਮਾਰੀਆਂ ਇਹਨਾਂ ਦਿਨਾਂ 'ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਲੱਗਦੀਆਂ ਨੇ। ਸੋ ਸਾਡੀਆਂ ਸਰਕਾਰਾਂ ਕਿਉਂ ਨਹੀਂ ਇਹਦੇ ਬਾਰੇ ਸੋਚਦੀਆਂ, ਕਿਉਂ ਸੀਰੀਅਸ ਨਹੀਂ ਹੁੰਦੀਆਂ, ਕਿਉਂ ਹਰ ਸਾਲ ਇਸੇ ਤਰ੍ਹਾਂ ਦਾ ਰੌਲਾ ਰੱਪਾ ਪੈਂਦਾ ਹੈ, ਸੁਪਰੀਮ ਕੋਰਟ ਦਖਲਅੰਦਾਜ਼ੀ ਕਰਦੀ ਹੈ, ਪਰ ਹੁੰਦਾ ਕੀ ਹੈ? ਜਦੋਂ ਅਸੀਂ ਪ੍ਰੈਕਟੀਕਲ ਦੇਖਦੇ ਹਾਂ, ਪ੍ਰੈਕਟੀਕਲ ਕੁਝ ਨਹੀਂ ਹੁੰਦਾ, ਸਿਰਫ ਕਾਗਜ਼ੀ ਕਾਰਵਾਈ ਬਣ ਕੇ ਰਹਿ ਜਾਂਦੀ ਹੈ। ਸੋ ਭੰਗੂ ਸਾਹਿਬ, ਇਹਦੇ ਲਈ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਨੂੰ ਸੀਰੀਅਸ ਹੋ ਕੇ ਅੱਗੇ ਆਉਣਾ ਚਾਹੀਦਾ ਔਰ ਪੈਸੇ ਖਰਚਣੇ ਚਾਹੀਦੇ ਨੇ। ਔਰ ਇਹ ਜਿਹੜਾ 2 ਫਸਲੀ ਚੱਕਰ ਹੈ, ਝੋਨਾ ਔਰ ਕਣਕ ਵਾਲਾ, ਇਸ ਤੋਂ ਵੀ ਜਿਹੜਾ ਹੈਗਾ ਛੁਟਕਾਰਾ ਪਾਉਣ ਦੀ ਲੋੜ ਹੈ। ਉਹ ਤਾਂ ਹੀ ਪਏਗਾ ਜੇਕਰ ਸਾਡੀਆਂ ਸਰਕਾਰਾਂ ਬਾਕੀ ਜਿਹੜੀਆਂ ਫਸਲਾਂ ਨੇ, ਚਾਹੇ ਉਹ ਗੰਨਾ ਹੈ, ਚਾਹੇ ਸਬਜ਼ੀਆਂ ਨੇ, ਚਾਹੇ ਟਮਾਟਰ ਨੇ, ਚਾਹੇ ਕੋਈ ਹੋਰ ਹੈ, ਸੋਆਬੀਨ ਹੈ, ਸੂਰਜਮੁਖੀ ਹੈ, ਹੋਰ ਬਹੁਤ ਸਾਰੀਆਂ ਜਿਹੜੀਆਂ ਸਬਜ਼ੀਆਂ ਜਾਂ ਹੋਰ ਜਿਹੜੀਆਂ ਫਸਲਾਂ ਨੇ, ਜੇਕਰ ਉਹ ਬੀਜਣਾ ਚਾਹੁੰਦੇ ਨੇ ਕਿਸਾਨ, ਤਾਂ ਉਹਨਾਂ ਨੂੰ ਸਬਸਿਡੀ ਦੇਵੇ ਔਰ ਉਹਨਾਂ ਨੂੰ MSP ਤੇ ਉੱਤੇ ਖਰੀਦੇ। ਦਾਲਾਂ ਖਰੀਦੀਆਂ ਜਾ ਸਕਦੀਆਂ ਨੇ, ਚਨੇ ਖਰੀਦੇ ਜਾ ਸਕਦੇ ਨੇ, ਹੋਰ ਬਹੁਤ ਕੁਝ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਝੋਨੇ ਦੇ ਪੈਰਲਲ ਉਗਾਈਆਂ ਜਾ ਸਕਦੀਆਂ ਨੇ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਜੇਕਰ ਅਸੀਂ ਸੱਚੀ ਮੁੱਚੀ ਪਰਾਲੀ ਦੇ ਧੂਏ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ, ਤਾਂ ਲਾਜ਼ਮੀ ਤੌਰ 'ਤੇ ਕਿਸਾਨਾਂ ਨੂੰ ਉਹਦੀ ਪਾਲਿਸੀ ਬਣਾਉਣੀ ਪਏਗੀ ਔਰ ਨਵੀਂ ਨੀਤੀ ਬਣਾਉਣੀ ਪਏਗੀ, ਉਹਦੇ ਉੱਤੇ ਪੈਸਾ ਲਾਉਣਾ ਪਏਗਾ
ਤਾਂ ਹੀ ਜਿਹੜਾ ਹੈਗਾ ਪੰਜਾਬ ਵਾਤਾਵਰਣ ਤੋਂ ਬਚ ਸਕਦਾ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਧਰਤੀ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਸੋ ਜੇਕਰ ਅਸੀਂ ਪਵਨ ਨੂੰ ਔਰ ਪਾਣੀ ਨੂੰ ਔਰ ਧਰਤੀ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਹਦੇ ਲਈ ਪਾਲਿਸੀਆਂ ਨੀਤੀਆਂ ਬਣਾਉਣੀਆਂ ਪੈਣਗੀਆਂ, ਔਰ ਪਾਲਿਸੀਆਂ ਨੀਤੀਆਂ ਸਰਕਾਰਾਂ ਬਣਾ ਸਕਦੀਆਂ ਨੇ, ਸਰਕਾਰਾਂ ਨੂੰ ਉਹਨਾਂ ਨੂੰ ਲਾਗੂ ਕਰਨਾ ਪਏਗਾ। ਇਹੀ ਇਹਦਾ ਹੱਲ ਹੈ ਭੰਗੂ ਸਾਹਿਬ। ਜੀ ਬਿਲਕੁਲ ਆਹੀ ਹੱਲ ਹੈ। ਤੁਸੀਂ ਸਾਡੇ ਨਾਲ ਜੁੜੇ, ਆਪਣੇ ਵਿਚਾਰ ਰੱਖੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਸ਼ੁਕਰੀਆ ਭੰਗੂ ਸਾਹਿਬ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ। ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਤੁਸੀਂ ਆਪਣਾ ਸੁਝਾਅ ਕਮੈਂਟ ਬਾਕਸ ਦੇ ਵਿੱਚ ਕਮੈਂਟ ਦੇ ਰੂਪ ਵਿੱਚ ਸਾਨੂੰ ਦਿਓ। ਜੇਕਰ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ ਤਾਂ ਤੁਸੀਂ ਜ਼ਰੂਰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ, ਤੇ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ। ਧੰਨਵਾਦ।